दुकाना बहुत खुल गई, एजेंसीज बहुत खुल गई, खुलनी भी चाहिए। पीपल शुड कम इन टू दिस बिजनेस, बट उन्होंने कैनेडा करना, यूके करना ईजी है। ਜਿਹੜੇ BSc ਨਰਸਿਸ ਹੈਗੇ ਜਿਨ੍ਹਾਂ ਕੋਲ 2 ਸਾਲ ਦਾ ਐਕਸਪੀਰੀਅੰਸ ਹੈ, 6 ਬੈਂਡ ਓਵਰਆਲ ਹੈ, ਅੱਜ ਦੀ ਡੇਟ ਵਿੱਚ ਉਹਨਾਂ ਨੂੰ ਆਸਟ੍ਰੇਲੀਆ ਇਨਵਾਈਟ ਕਰ ਰਿਹਾ ਫॉर ਐਜ਼ ਅ ਕਮਿਊਨਿਟੀ ਵਰਕਰ, ਐਜ਼ ਅ ਇੰਡੀਵਿਜੂਅਲ ਸਪੋਰਟ ਵਰਕਰ। ਬੱਚਿਆਂ ਨੂੰ ਇਹ ਵੀ ਨਹੀਂ ਪਤਾ ਕਿ ਬੱਚੇ ਇੱਕ ਦਿਨ ਪੁਰਾਣੇ ਫੰਡਸ ਨਾਲ ਵੀ ਜਾ ਸਕਦੇ ਹੈਗੇ। ਇੱਕ ਦਿਨ ਪੁਰਾਣਾ ਤੁਸੀਂ ਲੋਨ ਲੈ ਲਓ, ਲੋਨ ਅਗੇਂਸਟ ਪ੍ਰਾਪਰਟੀ ਲੈ ਲਓ, ਇੱਕ ਦਿਨ ਪੁਰਾਣੇ ਫੰਡ ਨਾਲ ਤੁਹਾਡਾ GT ਆਰਾਮ ਨਾਲ ਕਲੀਅਰ ਹੋ ਜਾਂਦਾ। ਸਟੂਡੈਂਟ ਦਾ ਸਭ ਤੋਂ ਵੱਡਾ ਨੁਕਸਾਨ ਹੈਗਾ ਉਹਦਾ ਪਾਸਪੋਰਟ। ਜਦ ਵੀਜ਼ਾ ਰਿਜੈਕਟ ਹੋ ਜਾਂਦਾ ਹੈ, ਸਟੂਡੈਂਟ ਨੂੰ ਇਹ ਨਹੀਂ ਪਤਾ ਕਿ ਮੇਰਾ ਜਦ ਵੀਜ਼ਾ ਅਪਲਾਈ ਕੀਤਾ ਸੀਗਾ ਕਿ ਕਿਹੜੇ ਡਾਕੂਮੈਂਟੇਸ਼ਨ ਲੱਗੀ ਸੀਗੀ। ਕੀ ਕਾਰਨ ਹੁੰਦਾ ਵੀ ਜਿਵੇਂ ਆਸਟ੍ਰੇਲੀਆ ਪਹਿਲਾਂ ਵੀਜ਼ੇ ਨਹੀਂ ਸੀ ਦੇ ਰਿਹਾ, ਤੁਸੀਂ ਕਹਿੰਦੇ ਹੁਣ ਥੋੜਾ ਦੇਣ ਲੱਗ ਗਿਆ, ਕੀ ਕਾਰਨ ਹੁੰਦਾ ਇਹਦੇ 'ਚ? ਕੌਣ ਜ਼ਿੰਮੇਵਾਰ ਹੈ? ਜਿਹੜੇ ਬੱਚੇ ਫੈਬਰੀ 2023 ਦੇ ਵਿੱਚ ਗਏ ਆ, ਚਾਹੇ ਉਹ ਹਰਿਆਣਾ ਸੀ ਚਾਹੇ ਪੰਜਾਬ ਸੀਗਾ, ਬੱਚੇ ਨੇ ਆਪਣੇ ਕੋਰਸਿਸ ਹੀ ਨਹੀਂ ਜੁਆਇਨ ਕੀਤੇ। ਜਿਹੜਾ ਨੈਕਸਟ ਇਨਟੇਕ ਜਿਹੜਾ ਸਾਡੇ ਕੋਲ ਅਵੇਲੇਬਲ ਹੈਗਾ ਅਕਤੂਬਰ ਤੇ ਨਵੰਬਰ ਦਾ ਅਵੇਲੇਬਲ ਹੈ। ਜਿਹੜੇ ਬੱਚੇ 2022 ਪਾਸ ਆਊਟ ਹੋਏ ਆ, ਦੇ ਕੈਨ ਈਜ਼ਲੀ ਅਪਰੋਚ ਅਸ, ਈਜ਼ਲੀ ਸਾਡੇ ਨਾਲ ਆਫਰ ਲੈਟਰ ਸਾਡੇ ਥਰੂ ਲੈ ਸਕਦੇ ਹੈਗੇ। 3 ਸਾਲ ਡਿਗਰੀ ਕੰਪਲੀਟ ਕਰਕੇ ਆਪਣਾ ਕੈਰੀਅਰ ਬਣਾਉਣਾ ਚਾਹੀਦਾ, ਪਰ ਬੱਚੇ ਜਾਂਦੇ ਹੀ ਚੇਂਜ ਕਰ ਜੀ। ਇਸ ਕਾਰਨ ਅੰਬੈਸੀ ਨੇ ਕਾਫੀ ਰਿਫਿਊਜ਼ਲ ਦਿੱਤੀ ਹੈ। ਮੇਰੇ ਕੋਲ ਕੱਲ੍ਹ ਹੀ ਕਿਸੇ ਦਾ ਫੋਨ ਆਇਆ ਸੀ ਜੀ, ਮੇਰਾ ਪੁਰਾਣਾ ਏਜੰਟ ਮੈਨੂੰ ਡਾਕੂਮੈਂਟੇਸ਼ਨ ਦੇ ਰਿਹਾ, ਮੈਂ ਕਿੱਦਾਂ ਵੀਜ਼ਾ ਐਕਸਟੈਂਡ ਕਰਾਵਾਂ। ਐਂਡ ਏਜੰਟ ਵਾਸ ਵੈਰੀ ਕਲੀਅਰ ਕਿ ਮੈਂ ਤੈਨੂੰ ਪਹੁੰਚਾਉਣਾ ਸੀ, ਪਹੁੰਚਾਤਾ। ਸੋ ਬੱਚਿਆਂ ਨੂੰ ਆਪਣੀ ਜੈਨੂਇਨ ਡਾਕੂਮੈਂਟੇਸ਼ਨ 'ਤੇ ਜਾਣ, ਤਾਂ ਕਿ ਉੱਥੇ ਇਟ ਇਜ਼ ਨਾਟ 3 ਸਾਲ ਦਾ ਵੀਜ਼ਾ, ਇਟ ਇਜ਼ ਦੈਟ ਤੁਸੀਂ ਪਹਿਲੇ 3 ਸਾਲ ਰਹੋਗੇ, ਫਿਰ ਪੋਸਟ ਸਟੱਡੀ ਵਰਕ 'ਤੇ ਆਉਣਾ ਹੈਗਾ। ਸਤਿ ਸ਼੍ਰੀ ਅਕਾਲ ਦੋਸਤੋ, ਆਸਟ੍ਰੇਲੀਆ ਬਾਰੇ ਗੱਲ ਕਰਾਂਗੇ, ਆਸਟ੍ਰੇਲੀਆ ਸਟੱਡੀ ਵੀਜ਼ਾ ਬਾਰੇ ਗੱਲ ਕਰਾਂਗੇ, ਆਸਟ੍ਰੇਲੀਆ 'ਚ ਨਰਸਿੰਗ ਪ੍ਰੋਗਰਾਮ ਬਾਰੇ ਗੱਲ ਕਰਾਂਗੇ। ਔਰ ਅੱਜ ਮੇਰੇ ਨਾਲ ਨੇ ਨਿਰਮਲ ਚਾਵਲਾ ਜੀ, ਜੋ ਕਿ 31 ਸਾਲਾਂ ਤੋਂ ਸਟੂਡੈਂਟ ਨੂੰ ਵਿਦੇਸ਼ਾਂ ਦੇ ਵਿੱਚ ਭੇਜ ਰਹੇ ਆ, ਅਲੱਗ-ਅਲੱਗ ਕੰਟਰੀ ਦੇ ਵਿੱਚ। ਕੈਨੇਡਾ ਦੀ ਗੱਲ ਕਰ ਲਈਏ, ਆਸਟ੍ਰੇਲੀਆ ਦੀ ਗੱਲ ਕਰ ਲਈਏ, ਔਰ ਪਿਛਲੇ ਲੰਮੇ ਸਮੇਂ ਦੇ ਵਿੱਚ ਸਟੂਡੈਂਟ ਇਹਨਾਂ ਦੀਆਂ ਸੇਵਾਵਾਂ ਲੈ ਕੇ ਵਿਦੇਸ਼ ਪੜ੍ਹਨ ਦਾ ਸੁਪਨਾ ਜਿਹੜਾ ਪੂਰਾ ਕਰ ਚੁੱਕਿਆ। ਤੁਸੀਂ ਦੇਖ ਰਹੇ ਹੋ ਉਡਾਰੀ ਵਿਦੇਸ਼ਾਂ ਨੂੰ, ਮੈਂ ਪਲਵਿੰਦਰ ਸਿੰਘ। ਸਤਿ ਸ਼੍ਰੀ ਅਕਾਲ ਤੇ ਸਰ, ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਇਸ ਖਾਸ ਪ੍ਰੋਗਰਾਮ ਦੇ ਵਿੱਚ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਆਸਟ੍ਰੇਲੀਆ ਬਾਰੇ ਆਪਾਂ ਗੱਲ ਕਰਦੇ ਹਾਂ ਕਿ ਆਸਟ੍ਰੇਲੀਆ ਇਸ ਟਾਈਮ ਕਿਹੜਾ ਇਨਟੇਕ ਚੱਲ ਰਿਹਾ? ਜਿੱਦਾਂ ਆਪਾਂ ਦੇਖਦੇ ਹਾਂ ਪਿੱਛੇ ਕਾਫੀ ਰਿਫਿਊਜ਼ਲਸ ਆਈਆਂ ਆਸਟ੍ਰੇਲੀਆ ਦੀਆਂ, ਹੁਣ ਕਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ? ਪਲਵਿੰਦਰ, ਰਿਫਿਊਜ਼ਲਸ ਆਈਆਂ ਬਟ ਹੁਣ ਕਾਫੀ ਅਪਰੂਵਲਸ ਆ ਰਹੀਆਂ। ਉਹਦਾ ਕਾਰਨ ਰਿਫਿਊਜ਼ਲ ਦਾ ਸੀਗਾ ਕਿ ਲੋਟ ਆਫ ਐਕੈਡੈਮਿਕ ਫਰਾਡ ਹੋਇਆ ਸੀਗਾ, ਬਟ ਫਿਲਹਾਲ ਫਿਲਟਰ ਹੋ ਗਿਆ ਐਂਡ ਅੰਬੈਸੀ ਕਾਫੀ ਗਰਾਈ ਨਾਲ ਐਪਲੀਕੇਸ਼ਨ ਦੇਖ ਰਿਹਾ। ਅਤੇ ਜਿਹੜੀ ਜੈਨੂਇਨ ਐਪਲੀਕੇਸ਼ਨ ਹੈ ਉਹਦੇ ਵਿੱਚ ਅਗਰ ਸਟੇਟਮੈਂਟ ਆਫ ਪਰਪਸ ਠੀਕ ਹੈ, ਸੋ ਸਟੇਟਮੈਂਟ ਆਫ ਪਰਪਸ ਨੂੰ ਬਹੁਤ ਅਹਿਮੀਅਤ ਦੇ ਰਹੇ ਹੈ। ਐਂਡ ਦੇ ਵਾਂਟ ਜਿਹੜੀ ਸਟੇਟਮੈਂਟ ਆਫ ਪਰਪਸ 300 ਵਰਡ ਦੀ ਹੋਏ, ਐਂਡ ਮੈਕਸਿਮਮ ਅਗਰ ਕੋਈ ਜ਼ਿਆਦਾ ਲਿਖਣਾ ਵੀ ਚਾਹੁੰਦਾ 400 450 ਵਰਡਸ ਤੋਂ ਉੱਪਰ ਨਾ ਹੋਣ। ਸੋ ਅਗਰ ਸਟੇਟਮੈਂਟ ਆਫ ਪਰਪਸ ਠੀਕ ਹੈ, ਔਰ ਤੁਹਾਡਾ ਐਕੈਡੈਮਿਕ ਠੀਕ ਹੈ, ਔਰ ਤੁਹਾਡੇ ਫੰਡਸ ਠੀਕ ਹੈਗੇ, ਫੰਡ ਜੈਨੂਇਨ ਹੈ, ਅਤੇ ਵੀਜ਼ਾ ਅਪਰੂਵਲ ਹੁਣ ਸ਼ੁਰੂ ਹੋ ਗਿਆ। ਕਾਫੀ ਵੀਜ਼ਾ ਅਪਰੂਵਲਸ ਆ ਰਹੇ। ਸਰ, ਆਪਾਂ ਕੀ ਕਾਰਨ ਮੰਨੀਏ? ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਕਈ ਵਾਰੀ ਕਿਸੇ ਕੰਟਰੀ ਦੇ ਵੀਜ਼ੇ ਬਹੁਤ ਆਉਣ ਲੱਗ ਜਾਂਦੇ ਆ, ਔਰ ਬੰਦੇ ਜਿਵੇਂ ਕੰਸਲਟੈਂਟ ਵੀ ਬੋਲਦੇ ਆ ਵੀ ਵੀਜ਼ੇ ਆ ਰਹੇ ਆ, ਇਸ ਕੰਟਰੀ ਦੇ ਆ ਰਹੇ ਆ, ਇਹ ਬੰਦ ਹੋ ਗਿਆ, ਇਹ ਚੱਲ ਗਿਆ। ਕੀ ਕਾਰਨ ਹੁੰਦਾ ਵੀ ਜਿਵੇਂ ਆਸਟ੍ਰੇਲੀਆ ਪਹਿਲਾਂ ਵੀਜ਼ੇ ਨਹੀਂ ਸੀ ਦੇ ਰਿਹਾ, ਤੁਸੀਂ ਕਹਿੰਦੇ ਹੁਣ ਥੋੜਾ ਦੇਣ ਲੱਗ ਗਿਆ, ਕੀ ਕਾਰਨ ਹੁੰਦਾ ਇਹਦੇ 'ਚ? ਕੌਣ ਜ਼ਿੰਮੇਵਾਰ ਹੈ ਖਾਸ ਕਰਕੇ ਵੀ ਜਿਹੜਾ ਵੀਜ਼ੇ ਘੱਟ ਜਾਂਦੇ ਆ ਦੇਣੇ, ਜਾਂ ਅੰਬੈਸੀ ਥੋੜਾ ਜਿਹਾ ਉਹ ਕਰਨ ਲੱਗ ਜਾਂਦੀ ਹੈ? ਪਲਵਿੰਦਰ, ਜੇ ਮੇਰੇ ਕੋਲ ਐਕਚੁਅਲ ਫੈਕਟ ਪੁੱਛੋਗੇ, ਮੈਂ ਤੁਹਾਨੂੰ ਐਕਚੁਅਲ ਫੈਕਟ ਦੱਸ ਦੇਣਾ। ਜਿਹੜੇ ਬੱਚੇ ਫੈਬਰੀ 2023 ਦੇ ਵਿੱਚ ਗਏ ਆ, ਚਾਹੇ ਉਹ ਹਰਿਆਣਾ ਸੀ ਚਾਹੇ ਪੰਜਾਬ ਸੀਗਾ, ਬੱਚੇ ਨੇ ਆਪਣੇ ਕੋਰਸਿਸ ਹੀ ਨਹੀਂ ਜੁਆਇਨ ਕੀਤੇ। ਬੱਚੇ ਕੋਰਸਿਸ ਛੱਡ ਕੇ ਪ੍ਰਾਈਵੇਟ ਕਾਲਜ ਚਲੇ ਗਏ। ਉਹਦਾ ਜੋ ਸਟੈਟਿਕਸ ਅੰਬੈਸੀ ਕੋਲ ਆਇਆ, ਸੋ ਦੇ ਸਟਾਰਟਡ ਲੁਕਿੰਗ ਕਿ ਵੀ ਇਹ ਕਿਉਂ ਹੋਇਆ, ਤਾਂ ਉਹਨਾਂ ਨੇ ਇੱਕਦਮ ਵੀਜ਼ਾ ਰਿਫਿਊਜ਼ਲ ਦਿੱਤੇ। ਸੋ ਬੱਚੇ ਜਿਹੜੇ ਜਾ ਰਹੇ ਐਜ਼ ਪਰ ਲਾਅ 6 ਮੰਥ ਮਿਨੀਮਮ ਪੜ੍ਹਨਾ ਚਾਹੀਦਾ, ਔਰ ਐਜ਼ ਪਰ ਅਗਰ ਪ੍ਰੋਪਰ ਕੈਰੀਅਰ ਕਾਉਂਸਲਿੰਗ ਤਾਂ ਉਹਨਾਂ ਨੂੰ 3 ਸਾਲ ਦੀ ਡਿਗਰੀ ਕੰਪਲੀਟ ਕਰਨੀ ਚਾਹੀਦੀ ਹੈ। 3 ਸਾਲ ਡਿਗਰੀ ਕੰਪਲੀਟ ਕਰਕੇ ਆਪਣਾ ਕੈਰੀਅਰ ਬਣਾਉਣਾ ਚਾਹੀਦਾ, ਪਰ ਬੱਚੇ ਜਾਂਦੇ ਹੀ ਚੇਂਜ ਕਰ ਜੀ। ਇਸ ਕਾਰਨ ਅੰਬੈਸੀ ਨੇ ਕਾਫੀ ਰਿਫਿਊਜ਼ਲ ਦਿੱਤੀ ਹੈ ਪਿੱਛੇ। ਸਰ, ਜਿਹੜੇ ਸਟੂਡੈਂਟ ਜਾਂਦੇ ਹੀ ਕਾਲਜ ਚੇਂਜ ਕਰ ਲੈਂਦੇ ਆ, ਜਾਂ ਆਪਣੀ ਯੂਨੀਵਰਸਿਟੀ ਚੇਂਜ ਕਰਕੇ ਕਿਸੇ ਘੱਟ ਫੀਸ ਵਾਲੇ ਕਾਲਜ ਦੇ ਵਿੱਚ ਲੱਗਦੇ ਆ, ਹਾਂਜੀ, ਉਸ ਦੇ ਨਾਲ ਕੱਲ੍ਹ ਨੂੰ ਉਹਨਾਂ ਦੀ ਜਦੋਂ PR ਹੁੰਦੀ ਆ, ਉਸ ਦੇ ਵਿੱਚ ਵੀ ਕੋਈ ਫਰਕ ਪੈਂਦਾ ਹੈ? ਉਹਨਾਂ ਨੂੰ ਦਿੱਕਤ ਆਉਂਦੀ ਹੈ ਉੱਥੇ? ਡੈਫੀਨੇਟਲੀ ਜੀ। ਬੀਇੰਗ ਓਨੈਸਟ ਵਿਦ ਯੂ, ਜਿਹੜੇ ਬੱਚੇ ਆਲਰੇਡੀ ਕਿਸੇ ਏਜੰਟ ਤੋਂ ਪੈਕੇਜ ਕਰਕੇ ਗਏ ਆ, ਜਦ ਉਹਨਾਂ ਨੂੰ ਦੁਬਾਰਾ ਆਪਣਾ ਵੀਜ਼ਾ ਰੀਇਸ਼ੂ ਕਰਾਉਣਾ ਪੈਂਦਾ ਹੈਗਾ, ਸੋ ਪੁਰਾਣੇ ਡਾਕੂਮੈਂਟੇਸ਼ਨ ਦੀ ਲੋੜ ਪੈਂਦੀ ਹੈ। ਮੇਰੇ ਕੋਲ ਕੱਲ੍ਹ ਹੀ ਕਿਸੇ ਦਾ ਫੋਨ ਆਇਆ ਸੀ ਜੀ, ਮੇਰਾ ਪੁਰਾਣਾ ਏਜੰਟ ਮੈਨੂੰ ਡਾਕੂਮੈਂਟੇਸ਼ਨ ਦੇ ਰਿਹਾ, ਮੈਂ ਕਿੱਦਾਂ ਵੀਜ਼ਾ ਐਕਸਟੈਂਡ ਕਰਾਵਾਂ। ਐਂਡ ਏਜੰਟ ਵਾਸ ਵੈਰੀ ਕਲੀਅਰ ਕਿ ਮੈਂ ਤੈਨੂੰ ਪਹੁੰਚਾਉਣਾ ਸੀ, ਪਹੁੰਚਾਤਾ। ਸੋ ਬੱਚਿਆਂ ਨੂੰ ਆਪਣੀ ਜੈਨੂਇਨ ਡਾਕੂਮੈਂਟੇਸ਼ਨ 'ਤੇ ਜਾਣ, ਤਾਂ ਕਿ ਉੱਥੇ ਇਟ ਇਜ਼ ਨਾਟ 3 ਸਾਲ ਦਾ ਵੀਜ਼ਾ, ਇਟ ਇਜ਼ ਦੈਟ ਤੁਸੀਂ ਪਹਿਲੇ 3 ਸਾਲ ਰਹੋਗੇ, ਫਿਰ ਪੋਸਟ ਸਟੱਡੀ ਵਰਕ 'ਤੇ ਆਉਣਾ ਹੈਗਾ। ਫਿਰ ਜਦ ਤੁਸੀਂ ਪਰਮਨੈਂਟ ਰੈਜ਼ੀਡੈਂਸੀ ਅਪਲਾਈ ਕਰਨੀ ਹੈ, ਉਸ ਟਾਈਮ 'ਤੇ ਵੀ ਅੰਬੈਸੀ ਕਈ ਦਫਾ ਤੁਹਾਡੇ ਪੁਰਾਣੇ ਡਾਕੂਮੈਂਟੇਸ਼ਨ ਮੰਗ ਸਕਦੀ ਹੈ, ਪੁਰਾਣੇ ਡਾਕੂਮੈਂਟ ਚੈੱਕ ਕਰ ਸਕਦੀ ਹੈ। ਸੋ ਬੱਚਿਆਂ ਨੂੰ ਅਵੇਅਰ ਹੋਣਾ ਚਾਹੀਦਾ ਕਿ ਜਾਣਾ ਹੈ ਕਿ ਆਪਣੇ ਪ੍ਰੋਪਰ ਜੈਨੂਇਨ ਡਾਕੂਮੈਂਟੇਸ਼ਨ 'ਤੇ ਜਾਓ।
ਸਰ ਆਸਟ੍ਰੇਲੀਆ ਦੇ ਵਿੱਚ ਹੁਣ ਕਿਹੜਾ ਇਨਟੇਕ ਨੈਕਸਟ ਆ ਰਿਹਾ ਔਰ ਕਿਹੜੇ ਸਟੂਡੈਂਟ ਉਸ ਦੇ ਵਿੱਚ ਅਪਲਾਈ ਕਰ ਸਕਦੇ ਆ ਜਾਂ 5.5 ਨਾਲ ਕੋਈ ਕਰ ਸਕਦਾ ਜਾਂ ਨਹੀਂ? 5.5 ਬੈਂਡ ਤੇ ਅੱਜ ਵੀ ਐਕਸੈਪਟੇਬਲ ਹੈਗਾ। ਅਸੀਂ ਬਥੇਰੇ ਕਾਲਜਸ ਕਰ ਰਹੇ ਹਾਂ ਪਾਥਵੇ ਪ੍ਰੋਗਰਾਮ, ਜਿਸ ਨਾਲ ਲਾਟਰੋਪ ਕਾਲਜ, ਡੀਕਨ ਕਾਲਜ, ਗ੍ਰਿਫਿਥ ਕਾਲਜ, ਕਰਟਨ ਕਾਲਜ, SAIBT ਕਾਲਜ, ਜਿਹਦੇ 1 ਸਾਲ ਦਾ ਡਿਪਲੋਮਾ ਕਰਨਾ। ਡਿਪਲੋਮਾ ਕਰਨ ਤੋਂ ਬਾਅਦ ਉਹਨਾਂ ਨੇ ਡਿਗਰੀ ਐਂਡ ਡਿਗਰੀ ਯੂਨੀਵਰਸਿਟੀ ਦੀ ਹੈ। ਐਂਡ ਜਦ COE ਯੂਨੀਵਰਸਿਟੀ ਦੀ ਡਿਗਰੀ ਲੱਗਦੀ ਹੈ ਕਿ ਉਹ ਤੋਂ ਵੀਜ਼ਾ ਅਪਰੂਵਲ ਆਰਾਮ ਨਾਲ ਮਿਲ ਰਿਹਾ। ਸੋ ਬੱਚੇ 5.5 ਬੈਂਡ ਵਾਲਾ ਵੀ ਆਸਟ੍ਰੇਲੀਆ ਅਪਲਾਈ ਕਰ ਸਕਦਾ, ਬਟ ਉਹਨੂੰ ਡਾਇਰੈਕਟ ਡਿਗਰੀ ਨਹੀਂ ਜਾ ਸਕਦਾ, ਬਟ ਪਾਥਵੇ ਪ੍ਰੋਗਰਾਮ ਲਈ ਈਜ਼ਲੀ ਐਕਸੈਪਟੇਬਲ ਹੈ। ਸਰ ਨਰਸਿੰਗ ਦੀ ਤੁਸੀਂ ਆਪਾਂ ਗੱਲ ਕਰ ਰਹੇ ਸੀ ਵੀ ਨਰਸਿੰਗ ਲਈ ਕਾਫੀ ਆਪਸ਼ਨਸ ਹੈਗੀਆਂ ਆਸਟ੍ਰੇਲੀਆ ਦੇ ਵਿੱਚ। ਹਾਂਜੀ, ਕਿਹੜੀ ਪ੍ਰੋਫਾਈਲ ਵਾਲੇ ਨਰਸਿੰਗ ਨੂੰ ਤੁਸੀਂ ਵੈਲਕਮ ਕਰ ਰਹੇ ਹੋ ਆਸਟ੍ਰੇਲੀਆ ਵਿੱਚ? ਡੈਫੀਨੇਟਲੀ ਜੀ, ਜਿਹੜੀ ਨਰਸਿਸ ਹੈਗੀਆਂ, ਜਿਹੜੇ BSc ਨਰਸਿਸ ਹੈਗੀਆਂ ਜਿਨ੍ਹਾਂ ਕੋਲ 2 ਸਾਲ ਦਾ ਐਕਸਪੀਰੀਅੰਸ ਹੈ, 6 ਬੈਂਡ ਓਵਰਆਲ ਹੈ, ਅੱਜ ਦੀ ਡੇਟ ਵਿੱਚ ਉਹਨਾਂ ਨੂੰ ਆਸਟ੍ਰੇਲੀਆ ਇਨਵਾਈਟ ਕਰ ਰਿਹਾ ਫॉर ਐਜ਼ ਅ ਕਮਿਊਨਿਟੀ ਵਰਕਰ, ਐਜ਼ ਇੰਡੀਵਿਜੂਅਲ ਸਪੋਰਟ ਵਰਕਰ, ਨਾਟ ਇਨ ਨਰਸਿੰਗ ਬਟ ਐਜ਼ ਅ ਪਰਸਨਲ ਸਪੋਰਟ ਵਰਕਰ। ਮਤਲਬ ਜਿਹੜੇ ਕਿ ਬਜ਼ੁਰਗ ਘਰ ਬੈਠੇ ਹੈ, ਕਿ ਜਿਹੜੇ ਬਜ਼ੁਰਗ ਬਿਮਾਰ ਹੈ, ਉਹਨਾਂ ਦੀ ਦੇਖਭਾਲ ਵਾਸਤੇ ਇਨਵਾਈਟ ਕਰ ਰਹੇ ਹਨ। ਐਂਡ ਇਸ ਦੀ ਜਿਹੜੀ ਵੀਜ਼ਾ ਐਪਲੀਕੇਸ਼ਨ ਕਾਫੀ ਫਾਸਟ ਜਾ ਰਹੀ ਹੈ। ਐਂਡ ਦੇ ਹੈਵ ਅ ਹਿਊਜ ਡਿਮਾਂਡ। ਇਸ ਟਾਈਮ ਬਹੁਤ ਜ਼ਿਆਦਾ ਆਫਟਰ ਕਰੋਨਾ ਇਹਨਾਂ ਦੀ ਡਿਮਾਂਡ ਵੱਧ ਗਈ ਹੈਗੀ। ਤੇ ਕਿੰਨੇ ਟਾਈਮ ਦਾ ਕੋਰਸ ਹੁੰਦਾ ਸਰ ਇਹ? ਸਰ ਇਸ ਦੇ ਵਿੱਚ ਪਲਵਿੰਦਰ, ਉਹਨਾਂ ਨੂੰ 3 ਮਹੀਨੇ ਦਾ ਕੋਰਸ ਆਨਲਾਈਨ ਕਰਨਾ ਪੈਂਦਾ ਹੈਗਾ। 3 ਮਹੀਨੇ ਦਾ ਕੋਰਸ ਆਨਲਾਈਨ ਅਪਲਾਈ ਕਰਕੇ ਆਪਣੇ NMAC ਇੱਕ ਰਜਿਸਟ੍ਰੇਸ਼ਨ ਅਥਾਰਟੀ ਹੈਗੀ ਫॉर ਕਮਿਊਨਿਟੀ ਵਰਕਰਸ, ਉਹਦੇ 'ਚ ਆਪਣੀ ਰਜਿਸਟ੍ਰੇਸ਼ਨ ਕਰਾਉਣੀ ਪੈਂਦੀ ਹੈਗੀ। ਐਂਡ ਇਹਨਾਂ ਦਾ ਇੰਟਰਵਿਊ ਹੁੰਦਾ ਫॉर ਏਮਪਲੋਇਮੈਂਟ ਬਾਏ ਵੇਰੀਅਸ ਕਮਿਊਨਿਟੀ ਸੈਂਟਰਸ। ਸੋ ਅਗਰ ਏਮਪਲੋਇਮੈਂਟ ਜਿਹੜਾ ਇਹਨਾਂ ਦਾ ਇੰਟਰਵਿਊ ਕਲੀਅਰ ਕਰ ਲੈਂਦੇ ਹੈਗੇ, ਦੈਨ ਇਹਨਾਂ ਦਾ ਵੀਜ਼ਾ ਅਪਲਾਈ ਹੁੰਦਾ ਸਬ ਕਲਾਸ 482 ਦੇ ਵਿੱਚ। ਐਂਡ ਇਟਸ ਬੇਸਿਕਲੀ ਦੇ ਹੈਵ ਟੂ ਗੋ ਫॉर ਵਰਕ ਪਰਮਿਟ। ਸੋ ਟੈਕਨੀਕਲੀ ਉਹਨਾਂ ਨੂੰ 2 ਸਾਲ ਦਾ ਵਰਕ ਆਪਸ਼ਨ ਮਿਲਦੀ ਹੈਗੀ ਟੂ ਵਰਕ ਐਜ਼ ਅ ਕਮਿਊਨਿਟੀ ਵਰਕਰ। ਸਰ ਜਿਹੜਾ ਇੰਟਰਵਿਊ ਦੀ ਤੁਸੀਂ ਗੱਲ ਕਰ ਰਹੇ ਹੋ, ਇੰਟਰਵਿਊ ਦੇ ਵਿੱਚ ਕਨੈਕਟ ਓਵਰਸੀਜ਼ ਕਿਸ ਤਰ੍ਹਾਂ ਦੇ ਨਾਲ ਮਦਦ ਕਰਦਾ ਸਟੂਡੈਂਟ ਦੀ? ਅਸੀਂ ਡੇ 1 ਤੋਂ ਸਟੂਡੈਂਟ ਨੂੰ ਟ੍ਰੇਨਿੰਗ ਦੇਣੀ ਸ਼ੁਰੂ ਕਰਦੇ ਹੈਗੇ। ਐਂਡ ਨਰਸਿਸ ਨੂੰ ਇਹ ਸਮਝਣਾ ਪਏਗਾ ਦੈਟ ਨਰਸ ਐਜ਼ ਅ ਨਰਸ ਵਰਕ ਕਰਨੀ ਆਸਟ੍ਰੇਲੀਆ ਵਿੱਚ ਦੇ ਨੀਡ 7 ਇਨ ਈਚ ਮੋਡਿਊਲ। ਬਟ ਅਗਰ ਉਹਨਾਂ ਦੇ ਆਈਲੈਟਸ ਦੇ ਨੰਬਰ ਘੱਟ ਹੈਗੇ ਤਾਂ ਐਜ਼ ਅ ਕਮਿਊਨਿਟੀ ਵਰਕ ਲਈ ਜਾ ਸਕਦੇ, ਬਟ ਇਹਦੇ ਵਿੱਚ ਅਸੀਂ ਉਹਨਾਂ ਨੂੰ ਡੇ 1 ਤੋਂ ਇੰਟਰਵਿਊ ਦੀ ਟ੍ਰੇਨਿੰਗ ਦੇਣਾ। ਇੰਟਰਵਿਊ ਦੀ ਟ੍ਰੇਨਿੰਗ ਦੇਣ ਤੋਂ ਬਾਅਦ 3 ਸੈਟ ਆਫ ਇੰਟਰਵਿਊਜ਼ ਅਸੀਂ ਕੰਡਕਟ ਕਰਦੇ ਹਾਂ। ਉਸ ਤੋਂ ਬਾਅਦ ਇੰਪਲੋਇਰ ਕੰਡਕਟ ਕਰਦਾ ਹੈਗਾ, ਕਿਉਂਕਿ ਇੰਪਲੋਇਰਸ ਕੋਲ ਇੰਨਾ ਟਾਈਮ ਨਹੀਂ ਹੈਗਾ। ਅਗਰ ਉਹ ਕਿਸੇ ਨੂੰ ਰਿਜੈਕਟ ਕਰ ਦੇਣ, ਦੁਬਾਰਾ ਮੌਕਾ ਨਹੀਂ ਦਿੰਦੇ। ਸੋ ਨਰਸਿਸ ਹੈਵ ਟੂ ਬੀ ਮੈਂਟਲੀ ਪ੍ਰੀਪੇਅਰਡ ਐਂਡ ਟੂ ਗਿਵ ਅ ਫਾਈਨਲ ਇੰਟਰਵਿਊ। ਸਰ ਨਰਸਿੰਗ ਦੀ ਜੇ ਆਪਾਂ ਗੱਲ ਕਰਦੇ ਹਾਂ, ਜਿਵੇਂ ਕਈ ਸਟੂਡੈਂਟ ਹੋਣਗੇ ਨਰਸਿੰਗ ਜਿਹੜਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਆ, ਪਰ ਜਿਹੜੇ ਮੈਰਿਜ ਨੇ, ਕੀ ਉਹ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾ ਸਕਦੇ? ਇਮੀਡੀਏਟਲੀ ਨਹੀਂ, ਬਟ ਜਿਹੜੇ ਸਾਡੀ ਪੁਰਾਣੀ ਨਰਸਿਸ ਗਈਆਂ ਉਹਨਾਂ ਦੇ ਸਪਾਊਸਿਸ ਆਲਰੇਡੀ ਪਹੁੰਚ ਚੁੱਕੇ ਹੈਗੇ। ਸੋ ਵਨ ਨਰਸਿਸ, ਬਿਕੋਜ਼ ਜਿਹੜੀ ਨਰਸਿੰਗ ਹੋਮ, ਜਿਹੜੇ ਨਰਸਿਸ ਹੋਮ ਜਾਂ ਜਿਹੜੇ ਕਮਿਊਨਿਟੀ ਸੈਂਟਰਸ ਇਹਨਾਂ ਨੂੰ ਸਪੋਂਸਰ ਕਰ ਰਹੇ ਹਨ, ਫਿਲਹਾਲ ਉਹ ਇਹਨਾਂ ਦੀ ਬੱਚਿਆਂ ਦੀ ਤੇ ਹਸਬੈਂਡ ਦੀ ਹੈਡੇਕ ਨਹੀਂ ਲੈਣਾ ਚਾਹੁੰਦੇ। ਬਟ ਵਨਸ ਦੇ ਆਰ ਦੇਅਰ, ਵਨਸ ਦੇ ਇਨਟੂ ਦੇਅਰ ਕੀ ਕਹਿੰਦੇ ਵਰਕ ਫੋਰਸ, ਉਸ ਤੋਂ ਬਾਅਦ ਉਹ ਇਹਨਾਂ ਦਾ ਵਰਕ ਪਰਮਿਟ ਅਲਾਉਡ ਹੈ। ਸੋ ਬੱਚਿਆਂ ਦਾ ਸਪਾਊਸ ਡਿਪੈਂਡੈਂਟ ਵੀਜ਼ਾ ਆਰਾਮ ਨਾਲ ਲੱਗ ਜਾਂਦਾ ਹੈਗਾ ਐਂਡ ਦੇ ਕੈਨ ਜੁਆਇਨ ਵਿਦ ਇਨ ਅ ਸਪੈਨ ਆਫ 6 ਮੰਥਸ। ਸਰ ਇੱਕ ਸਵਾਲ ਬੜਾ ਆਪਾਂ ਦੇਖਦੇ ਹਾਂ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ। ਹਰੇਕ ਹੀ ਬੰਦਾ ਮੰਨ ਲਓ ਇੱਕ ਹਿਸਾਬ ਦੀਆਂ ਕਈ ਤਾਂ ਕਹਿਣ ਲੱਗੇ ਵੀ ਦੁਕਾਨਾਂ ਖੁੱਲ੍ਹ ਗਈਆਂ ਕੰਸਲਟੈਂਟ ਦੀਆਂ, ਹਰੇਕ ਘਰ ਦੇ ਵਿੱਚ, ਹਰੇਕ ਪਿੰਡ ਦੇ ਵਿੱਚ ਖੁੱਲ੍ਹ ਗਈਆਂ। ਕਿਸ ਤਰ੍ਹਾਂ ਦੇ ਨਾਲ ਚੋਣ ਕਰਨ ਪੇਰੈਂਟਸ ਵੀ ਇੱਕ ਅੱਛਾ ਕੰਸਲਟੈਂਟ ਇਹ ਹੈ ਜਾਂ ਇਸ ਦੇ ਕੋਲ ਹੀ ਮੈਂ ਆਪਣੀ ਫਾਈਲ ਲਾਉਣੀ ਹੈ? ਬੜਾ ਮੁਸ਼ਕਿਲ ਹੋ ਗਿਆ, ਕਿਉਂਕਿ ਜੇ ਆਪਾਂ ਫੇਸਬੁੱਕ ਜਾਂ YouTube ਕਿਤੇ ਵੀ ਖੋਲ੍ਹਦੇ ਹਾਂ ਤਾਂ ਬਹੁਤ ਜ਼ਿਆਦਾ ਲੋਕ ਰੌਲਾ ਪਾਉਂਦੇ ਆ। ਅਤੇ ਕਿਸ ਤਰ੍ਹਾਂ ਦੇ ਨਾਲ ਚੋਣ ਕੀਤੀ ਜਾ ਸਕਦੀ ਹੈ? ਪਲਵਿੰਦਰ, ਬੀਇੰਗ ਓਨੈਸਟ ਵਿਦ ਯੂ, ਦੁਕਾਨਾਂ ਬਹੁਤ ਖੁੱਲ੍ਹ ਗਈਆਂ, ਏਜੰਸੀਜ਼ ਬਹੁਤ ਖੁੱਲ੍ਹ ਗਈਆਂ, ਖੁੱਲ੍ਹਣੀ ਵੀ ਚਾਹੀਦੀਆਂ। ਪੀਪਲ ਸ਼ੁੱਡ ਕਮ ਇਨ ਟੂ ਦਿਸ ਬਿਜ਼ਨਸ। ਬਟ ਉਹਨਾਂ ਲਈ ਕੈਨੇਡਾ ਕਰਨਾ, UK ਕਰਨਾ ਈਜ਼ੀ ਹੈ। ਜਿਹੜਾ ਆਸਟ੍ਰੇਲੀਆ ਦੀ ਗੱਲ ਕਰਦੇ, ਇਟ ਇਜ਼ ਵੈਰੀ ਟੈਕਨੀਕਲ। ਜਿਹੜਾ ਆਪਣਾ ਜੈਨੂਅਨ ਟੈਂਪਰੇਰੀ ਇੰਟੈਂਟ ਕ੍ਰੈਡਿਟ GT ਕਹਿੰਦੇ ਆ, ਉਹਨੂੰ ਅਪਰੂਵ ਕਰਾਉਣਾ ਫਰੋਮ ਅ ਯੂਨੀਵਰਸਿਟੀ ਸਿਰਫ ਕੋਈ ਸੀਜ਼ਨ ਕੰਸਲਟੈਂਟ ਜਾਂ ਜਿਹਨੂੰ ਪਤਾ ਉਹੀ ਕਰਾ ਸਕਦਾ ਪਾਸ। ਐਂਡ ਡੈਫੀਨੇਟਲੀ ਜੀ 3 ਮਹੀਨੇ ਪੁਰਾਣੇ ਫੰਡ ਚਾਹੀਦੇ, ਜਾਂ ਬੱਚਿਆਂ ਨੂੰ ਇਹ ਵੀ ਨਹੀਂ ਪਤਾ ਕਿ ਬੱਚੇ 1 ਦਿਨ ਪੁਰਾਣੇ ਫੰਡਸ ਨਾਲ ਵੀ ਜਾ ਸਕਦੇ ਹੈਗੇ। 1 ਦਿਨ ਪੁਰਾਣਾ ਤੁਸੀਂ ਲੋਨ ਲੈ ਲਓ, ਲੋਨ ਅਗੇਂਸਟ ਪ੍ਰੋਪਰਟੀ ਲੈ ਲਓ, 1 ਦਿਨ ਪੁਰਾਣੇ ਫੰਡ ਨਾਲ ਤੁਹਾਡਾ GT ਆਰਾਮ ਨਾਲ ਕਲੀਅਰ ਹੋ ਜਾਂਦਾ ਹੈ। ਸੋ GT ਕਲੀਅਰ ਬੱਚੇ ਜਿਹੜੇ ਮੇਰੇ ਕੋਲ 8-8 ਮਹੀਨੇ ਕਿਸੇ ਏਜੰਸੀ ਕੋਲ ਤੋਂ ਫਾਈਲਾਂ ਦਿੱਤੀ ਹੁੰਦੀ, ਵਾਪਸ ਲੈ ਕੇ ਆਉਂਦੇ ਜੀ 8 ਮਹੀਨੇ ਹੋ ਗਏ ਸਾਨੂੰ, ਸਾਡਾ GT ਨਹੀਂ ਕਲੀਅਰ ਹੋਇਆ। ਐਂਡ GT ਇਜ਼ ਇੰਨਾ ਕੋਈ ਡਿਫਿਕਲਟ ਨਹੀਂ ਹੈਗਾ। ਤੁਸੀਂ ਲੋਨ ਲੈ ਲਓ, ਲੋਨ ਅਗੇਂਸਟ ਪ੍ਰੋਪਰਟੀ ਲੈ ਲਓ। ਐਂਡ ਹਰ ਬੈਂਕ, ICICI ਬੈਂਕ ਐਂਡ ਐਨੀ ਬੈਂਕ, ਚਾਹੇ SBI ਆ, ਅੱਜ ਦੀ ਡੇਟ ਵਿੱਚ 30 ਲੱਖ ਦਾ ਲੋਨ ਦੇ ਰਿਹਾ ਅਗੇਂਸਟ ਯੂਰ ਪ੍ਰੋਪਰਟੀ ਗਿਰਵੀ ਰੱਖ ਕੇ ਆਪਣੇ ਲੋਨ ਲਓ, ਆਪਣੇ ਬੱਚੇ ਨੂੰ ਇਮੀਡੀਏਟਲੀ ਅਪਲਾਈ ਕਰੋ। ਸੋ ਦੈਟ ਇਜ਼ ਪੋਸੀਬਲ ਇਜ਼ ਸਰ ਅੱਜ ਕੱਲ੍ਹ ਨਾ ਆਪਾਂ ਇੱਕ ਬਹੁਤ ਦੇਖਦੇ ਹਾਂ, ਜਿਵੇਂ ਤੁਸੀਂ ਫੰਡ ਦੀ ਗੱਲ ਕੀਤੀ ਵੀ ਐਜੂਕੇਸ਼ਨ ਲੋਨ ਲੈ ਲਓ, ਜੋ ਕਿ ਬਹੁਤ ਸੌਖਾ ਵੀ ਤੁਸੀਂ ਦੱਸ ਰਹੇ ਹੋ ਤਰੀਕਾ ਹੈਗਾ,
ਹੋਰ ਵੀ ਫੰਡ ਜੇ ਕਿਸੇ ਪੇਰੈਂਟਸ ਕੋ ਐਫਡੀ ਪਈ ਹੈ ਉਹ ਵੀ ਮੈਨੂੰ ਲੱਗਦਾ ਯੂਜ਼ ਹੋ ਜਾਂਦੀ ਹੈ। ਹਾਂਜੀ ਹਾਂਜੀ। ਤੇ ਪਰ ਹੈ ਨਾ ਜ਼ਿਆਦਾਤਰ ਜਿਹੜੇ ਦੌੜ ਇਸ ਟਾਈਮ ਲੱਗੀ ਹੋਈ ਹੈ ਆਫਟਰ ਵੀਜ਼ਾ, ਕਿਉਂ ਸਟੂਡੈਂਟ ਨੂੰ ਐ ਲੱਗਦਾ ਵੀ ਆਫਟਰ ਵੀਜ਼ਾ 'ਚ ਸ਼ਾਇਦ ਭਾਵੇਂ ਮੈਨੂੰ ਥੋੜੇ ਵੱਧ ਪੈਸੇ ਦੇਣੇ ਪੈਣ ਪਰ ਮੈਂ ਸੇਵ ਆ, ਉਸ 'ਚ ਕਿੰਨਾ ਕੁ ਨੁਕਸਾਨ ਸਟੂਡੈਂਟ ਦਾ ਹੈਗਾ ਖਾਸ ਕਰਕੇ? ਸਟੂਡੈਂਟ ਦਾ ਸਭ ਤੋਂ ਵੱਡਾ ਨੁਕਸਾਨ ਹੈਗਾ ਉਹਦਾ ਪਾਸਪੋਰਟ। ਜਦ ਵੀਜ਼ਾ ਰਿਜੈਕਟ ਹੋ ਜਾਂਦਾ ਸਟੂਡੈਂਟ ਨੂੰ ਇਹ ਨਹੀਂ ਪਤਾ ਕਿ ਮੇਰਾ ਜਦ ਵੀਜ਼ਾ ਅਪਲਾਈ ਕੀਤਾ ਸੀਗਾ ਕਿ ਕਿਹੜੇ ਡਾਕੂਮੈਂਟੇਸ਼ਨ ਲੱਗੀ ਸੀਗੀ। ਐਂਡ ਸਟੂਡੈਂਟ ਦਾ ਜਦ ਪਾਸਪੋਰਟ ਖਰਾਬ ਹੋ ਜਾਏ ਇੱਕ ਅੰਬੈਸੀ ਦੇ ਵਿੱਚ, ਡੈਫੀਨੇਟਲੀ ਉਹ ਸਟੂਡੈਂਟ ਨਿਊਜ਼ੀਲੈਂਡ ਨਹੀਂ ਅਪਲਾਈ ਕਰ, ਜਿਹੜੇ ਆਸਟ੍ਰੇਲੀਆ ਵੀਜ਼ਾ ਰਿਜੈਕਟ ਹੁੰਦਾ ਪੈਕੇਜ ਦੇ ਵਿੱਚ ਉਹ ਨਿਊਜ਼ੀਲੈਂਡ ਵੀ ਨਹੀਂ ਅਪਲਾਈ ਕਰ ਸਕਦਾ, ਬਿਕੋਜ਼ ਨਿਊਜ਼ੀਲੈਂਡ ਅੰਬੈਸੀ ਔਰ ਆਸਟ੍ਰੇਲੀਅਨ ਹਾਈ ਕਮਿਸ਼ਨ ਬਹੁਤ ਕਲੋਜ਼ ਹੈ ਟੂ ਈਚ ਅਦਰ, ਸੋ ਵੀਜ਼ਾ ਚੈੱਕ ਹੋ ਜਾਂਦੇ। ਸੋ ਡਿਫਰੈਂਟ ਡਾਕੂਮੈਂਟੇਸ਼ਨ ਜਦ ਨਿਊਜ਼ੀਲੈਂਡ ਅਪਲਾਈ ਕਰੋਗੇ ਉੱਥੇ ਵੀ ਰਿਜੈਕਸ਼ਨ ਆ ਜਾਏਗੀ। ਸੋ ਸਟੂਡੈਂਟ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਅਗਰ ਬੱਚਾ ਅੱਜ ਨਹੀਂ ਜਾ ਸਕਦਾ ਉਹਦੇ ਵਾਸਤੇ ਕੋਈ ਕੰਟਰੀ ਬੰਦ ਨਹੀਂ ਹੈ। ਹੋ ਸਕਦਾ 3 ਸਾਲ ਬਾਅਦ ਮੌਕਾ ਲੱਗ ਜਾਏ, ਹੋ ਸਕਦਾ ਕੱਲ੍ਹ ਨੂੰ ਉਹਦੀ ਮੈਰਿਜ ਹੋਏ ਆਸਟ੍ਰੇਲੀਆ ਦੇ ਵਿੱਚ, ਔਰ ਜੇ ਤੁਸੀਂ ਤੁਹਾਡਾ ਪਹਿਲਾ ਅਗਰ ਵੀਜ਼ਾ ਫਰਾਡਲੈਂਟ ਡਾਕੂਮੈਂਟੇਸ਼ਨ ਰਿਜੈਕਟ ਹੋਇਆ ਤੁਹਾਡੀ ਮੈਰਿਜ ਵੀ ਹੋ ਜਾਏ ਤਾਂ ਉਸ ਟਾਈਮ ਡਿਪੈਂਡੈਂਟ ਵੀਜ਼ਾ ਕਿੱਦਾਂ ਲਾਂਗੇ? ਸੋ ਸਟੂਡੈਂਟਸ ਜਿਹੜੇ ਪੈਕੇजेस ਕਰਦੇ ਆ ਉਹਨਾਂ ਨੂੰ ਇਮੀਡੀਏਟਲੀ ਮੈਂ ਦੱਸ ਦੇਣਾ, ਉਹਨਾਂ ਨੂੰ ਇੱਕ ਡਾਕੂਮੈਂਟੇਸ਼ਨ ਵਾਪਸ ਨਹੀਂ ਮਿਲੇਗਾ ਆਪਣੇ ਏਜੰਟ ਤੋਂ, ਚਾਹੇ ਉਹ ਵੀਜ਼ਾ ਲੱਗ ਜਾਏ ਚਾਹੇ ਵੀਜ਼ਾ ਰਿਫਿਊਜ਼ ਹੋ ਜਾਏ। ਸੋ ਦੇ ਸ਼ੁੱਡ ਅੰਡਰਸਟੈਂਡ ਦੈਟ ਉਹਨਾਂ ਦਾ ਪ੍ਰੋਫਾਈਲ, ਜਿੱਦਾਂ ਆਪਾਂ ਕਹਿੰਦੇ ਕ੍ਰੈਡਿਟ ਕਾਰਡ ਦਾ ਤੁਹਾਡਾ ਸਿਵਲ ਸਕੋਰ ਖਰਾਬ ਹੋਇਆ ਉੱਦਾਂ ਹੀ ਉਹਨਾਂ ਦਾ ਪ੍ਰੋਫਾਈਲ ਖਰਾਬ ਹੋ ਜਾਂਦਾ। ਮਤਲਬ ਉਹ ਆਲਰੇਡੀ ਅੰਬੈਸੀ ਦੇ ਕੋਲ ਇੱਕ ਹਿਸਾਬ ਦਾ ਉਹਨਾਂ ਕੋਲ ਚੜ ਗਿਆ, ਉਹਨਾਂ ਦੀ ਅੰਬੈਸੀ ਜਦੋਂ ਵੀ ਦੇਖਣਾ ਚਾਹੇ ਦੇਖ ਸਕਦੇ ਆ। ਹਾਂਜੀ, ਚਾਹੇ ਤੁਸੀਂ ਵੀ ਅਪਲਾਈ ਕਰੋ ਤਾਂ ਉਹਨਾਂ ਨੂੰ ਪਤਾ ਲੱਗ ਜਾਊਗਾ ਵੀ ਇਹ ਬੰਦੇ ਨੇ ਪਹਿਲਾਂ ਇਹ ਡਾਕੂਮੈਂਟ ਫਰਾਡ ਲਾਇਆ ਸੀ। ਡੈਫੀਨੇਟਲੀ ਜੀ ਤੁਹਾਡੀ ਡੇਟ ਆਫ ਬਰਥ, ਤੁਹਾਡਾ ਨਾਮ ਹੈਗਾ, ਤੁਸੀਂ ਪਾਸਪੋਰਟ 'ਚ 4 ਚੇਂਜ ਕਰਾ ਲਓ, ਉਹ ਟਰੈਕ ਅਪ ਹੋ ਜਾਏਗਾ, ਉਹ ਵਾਪਸ ਟਰੈਕ ਹੋ ਜਾਏਗਾ। ਤੇ ਸਰ ਆਸਟ੍ਰੇਲੀਆ ਦਾ ਕਿਹੜਾ ਇਨਟੇਕ ਵੈਸੇ ਸਟੂਡੈਂਟ ਲਈ ਨਾਰਮਲ ਕਿਹੜਾ ਇਨਟੇਕ ਹੁਣ ਆ ਰਿਹਾ, ਕਿੰਨਾ ਪ੍ਰੋਸੈਸਿੰਗ ਟਾਈਮ ਕਿੰਨਾ ਲੱਗ ਰਿਹਾ? ਅੱਜ ਦੀ ਡੇਟ 'ਚ ਵੀਜ਼ਾਸ ਆਰ ਕਮਿੰਗ ਇਨ ਵੈਰੀ ਫਾਸਟ, ਬਟ ਯੈਸ GT ਨੂੰ ਸਾਰਾ ਟਾਈਮ ਲੱਗ ਰਿਹਾ। ਜਿਹੜਾ ਨੈਕਸਟ ਇਨਟੇਕ ਜਿਹੜਾ ਸਾਡੇ ਕੋਲ ਅਵੇਲੇਬਲ ਹੈਗਾ ਅਕਤੂਬਰ ਤੇ ਨਵੰਬਰ ਦਾ ਅਵੇਲੇਬਲ ਹੈ। ਜਿਹੜੇ ਬੱਚੇ 2022 ਪਾਸ ਆਊਟ ਹੋਏ ਹਨ ਦੇ ਕੈਨ ਈਜ਼ਲੀ ਅਪਰੋਚ ਅਸ, ਈਜ਼ਲੀ ਸਾਡੇ ਨਾਲ ਆਫਰ ਲੈਟਰ ਸਾਡੇ ਥਰੂ ਲੈ ਸਕਦੇ ਹੈਗੇ। 2022 ਵਾਲੇ ਬੱਚੇ ਦਾ ਲਾਸਟ ਇਨਟੇਕ ਕਹਿ ਲਓ ਅਕਤੂਬਰ ਹੈਗਾ। ਉਸ ਤੋਂ ਬਾਅਦ 2024 ਉਹਨਾਂ ਨੂੰ ਤਾਂ ਮਿਲੇਗਾ ਜੀ ਉਹ ਕੁਝ ਟ੍ਰੇਨਿੰਗ ਕਰ ਰਹੇ ਹੈ, ਕੁਝ ਜਿਸ ਤਰ੍ਹਾਂ ਕੋਈ ਚਾਰਟਰਡ ਅਕਾਊਂਟੈਂਟ ਕੰਮ ਕਰ ਰਿਹਾ ਜਾਂ ਕੋਈ ਕਿਸੇ ਨੇ ਕੋਈ ਪਰਟੀਕੂਲਰ ਐਗਜ਼ਾਮਸ ਦਿੱਤੇ ਹੈਗੇ ਗੈਪ ਫਿਲ ਕਰਨ ਲਈ। ਸੋ ਜਿਹੜਾ 2023 ਵਾਲਾ ਬੱਚਾ ਹੈਗਾ ਉਹਦੇ ਕੋਲ ਤੇ ਫੈਬਰੀ 2024 'ਚ ਈਜ਼ਲੀ ਅਪਲਾਈ ਕਰ ਸਕਦਾ। ਤੇ ਇਹ ਸਾਡੇ ਨਾਲ ਸਰ ਨਿਰਮਲ ਚਾਵਲਾ ਜੀ, ਜਿਨ੍ਹਾਂ ਦਾ ਲੰਮਾ ਸਮਾਂ ਔਰ ਬਹੁਤ ਵੱਡਾ ਐਕਸਪੀਰੀਅੰਸ ਹੈ, ਜਿਨ੍ਹਾਂ ਨੇ ਤੁਹਾਡੇ ਨਾਲ ਸ਼ੇਅਰ ਕੀਤਾ ਹੈਗਾ, ਔਰ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਕੇ ਆਪਣੀ ਵਿਦੇਸ਼ ਪੜ੍ਹਨ ਦਾ ਜਿਹੜਾ ਸੁਪਨਾ ਹੈ ਉਹ ਪੂਰਾ ਕਰ ਸਕਦੇ ਹੋ। ਇਹਨਾਂ ਦਾ ਨੰਬਰ ਅਸੀਂ ਸਕਰੀਨ ਦੇ ਉੱਤੇ ਡਿਸਪਲੇ ਕਰ ਦੇਵਾਂਗੇ, ਤੁਸੀਂ ਇਹ ਨੰਬਰ 'ਤੇ ਕਾਲ ਕਰਕੇ ਸਰ ਨੂੰ ਮਿਲ ਸਕਦੇ ਹੋ। 17 ਦੇ ਵਿੱਚ ਆਫਿਸ ਹੈ, ਅੰਮ੍ਰਿਤਸਰ ਦੇ ਵਿੱਚ ਸਰ ਦਾ ਆਫਿਸ ਹੈ, ਤੇ ਹੋਰ ਵੀ ਕਈ ਥਾਵਾਂ 'ਤੇ ਸਰ ਯਮੁਨਾ ਨਗਰ ਦੇ ਵਿੱਚ ਕਿੰਨੇ? ਹਾਂਜੀ, ਯਮੁਨਾ ਨਗਰ ਵੀ ਆਫਿਸ ਹੈਗਾ ਜੀ, ਬਰਾੜਾ ਵੀ ਹੈਗਾ। ਤੁਹਾਡੀ ਜਾਂਦੇ ਹੋ ਤੁਸੀਂ ਉੱਥੇ? ਮੈਂ ਵਿਜ਼ਿਟ ਕਰਦਾ ਜੀ, ਮੇਨ ਮੈਂ ਚੰਡੀਗੜ੍ਹ ਬੈਠਦਾ, ਬਟ ਮੇਰੀ ਵਿਜ਼ਿਟ ਰਹਿੰਦੀ ਹੈਗੀ। ਜੇ ਬੱਚੇ ਫੋਨ ਕਰ ਲੈਣ ਤੇ ਮੇਰੇ ਆਫਿਸ ਤੋਂ ਉਹਨਾਂ ਨੂੰ ਪਤਾ ਲੱਗ ਜਾਏਗਾ ਮੈਂ ਕਦ ਅਵੇਲੇਬਲ ਹਾਂ ਅੰਮ੍ਰਿਤਸਰ ਦੇ ਵਿੱਚ ਵੀ, ਸੋ ਦੇ ਕੈਨ ਕਮ ਐਂਡ ਮੀਟ ਮੀ, ਅਪਾਇੰਟਮੈਂਟ ਲੈ ਕੇ ਆ ਸਕਦੇ। ਤੇ ਅਸੀਂ ਪੂਰੀ ਜਾਣਕਾਰੀ ਤੁਹਾਨੂੰ ਸਕਰੀਨ ਦੇ ਉੱਤੇ ਡਿਸਪਲੇ ਕਰ ਦੇਵਾਂਗੇ ਸਰ ਦੀ। ਤੁਸੀਂ ਇਹਨਾਂ ਨਾਲ ਕੰਟੈਕਟ ਕਰਕੇ ਆਪਣਾ ਆਸਟ੍ਰੇਲੀਆ ਸੰਬੰਧੀ ਕੋਈ ਵੀ ਸਵਾਲ ਔਰ ਨਰਸਿੰਗ ਦਾ ਖਾਸ ਕਰਕੇ ਜਿਹੜੇ ਨਰਸਿੰਗ ਵਾਲੀਆਂ ਹੈਗੇ ਆ ਜਾਣਾ ਚਾਹੁੰਦੇ ਆ ਨਰਸਿੰਗ ਦੀ ਪੜ੍ਹਾਈ ਦੇ ਲਈ ਜਾਂ ਵਰਕ ਵੀਜ਼ਾ ਜਿਵੇਂ ਸਰ ਨੇ ਦੱਸਿਆ ਉਹ ਅਪਲਾਈ ਕਰ ਸਕਦੇ ਆ। ਸਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ। ਸਤਿ ਸ਼੍ਰੀ ਅਕਾਲ।